जी बिस्मिल्लाहिर्रहमानिर्रहीम अस्सलाम वालेकुम वरहमतुल्लाहि वबरकातुहू। दोस्तों उम्मीद करदा सारे भाई खैरियत नाल होणगे। दोस्तों अक्सर फार्मर भाइयों ਨੂੰ मैं कुछ चीज़ां रिकमेंड करदा ਵਾਂ जिन्हां ਦੇ ਵਿੱਚ अक्सर मिनरल ਦੀ ਗੱਲ ਕਰਦਾ ਵਾਂ, ਨਾਲ ਮੈਂ ਟੌਕਸਿਨ ਬਾਈਂਡਰ ਦੀ ਗੱਲ ਕਰਦਾ ਵਾਂ, ਨਾਲ ਮੈਂ ਜਾਨਵਰ ਦੇ ਯੀਸਟ ਪਾਊਡਰ ਦੀ ਗੱਲ ਕਰਦਾ ਵਾਂ ਜਾਂ ਮੈਟਾਬੋਲਾइट्स ਦੀ। ਸਾਡੇ ਸਾਹਮਣੇ ਪਾਊਡਰ ਪਿਆ ਹੈ ਮੈਟਾਬੋਲਾइट्स। ਇਹਦਾ ਕੀ ਫੰਕਸ਼ਨ ਹੈ ਜਾਨਵਰ ਦੇ ਉੱਪਰ? ਸਾਡੇ ਕੁਝ ਜਿਹੜੇ ਟ੍ਰੈਡੀਸ਼ਨਲ ਫਾਰਮਰ ਨੇ, ਦੇਸੀ ਫਾਰਮਰ, ਅੱਗੇ ਇਸ ਚੀਜ਼ ਨੂੰ ਨਹੀਂ ਸੀ ਪਸੰਦ ਕਰਦੇ ਜਾਂ ਉਹਨਾਂ ਨੂੰ ਇਹਨਾਂ ਦੀ ਇਫਾਦੀਅਤ ਦਾ ਨਹੀਂ ਸੀ ਪਤਾ ਹੈ। ਲੋਕ ਪਾਉਂਦੇ ਤੇ ਐਸੀ ਜਾਨਵਰ ਨੂੰ, ਲੇਕਿਨ ਰੂਟੀਨ ਦੀ ਖੁਰਾਕ। ਅੱਜ ਇਹ ਚੀਜ਼ ਜਿਹੜੀ ਹੈ ਨਾ ਲੋਕਾਂ ਵਾਸਤੇ, ਇਹਦਾ ਮੁਕੰਮਲ ਤਾਰਫ ਲੋਕਾਂ ਨੂੰ ਹੋਇਆ ਹੈ, ਇਹਦੇ ਬਾਰੇ ਚ ਇਹਦੀ ਇਫਾਦੀਅਤ ਦੱਸੀ ਹੈ, ਇਹਦਾ ਫਾਇਦਾ ਲੋਕਾਂ ਨੂੰ ਹੋਇਆ ਹੈ। ਇੱਕ ਤੋਂ ਦੂਸਰੇ ਫਾਰਮਰ ਨੂੰ ਖੁਦ ਫਾਰਮਰ ਗਾਈਡ ਕਰ ਰਿਹਾ ਹੈ। ਇਹ ਚੀਜ਼ ਜਿਹੜੀ ਸਾਹਮਣੇ ਤੁਹਾਡੇ ਪਈ ਹੈ ਕੀ ਚੀਜ਼ ਹੈ? ਇਹਦੇ ਉੱਤੇ XPM ਲਿਖਿਆ ਹੈ, ਐਕਸਟਰਾ ਪਿਓਰ ਮੈਟਾਬੋਲਾइट्स। ਇਹ ਜਾਨਵਰ ਦੀ ਬਾਡੀ ਦੇ ਅੰਦਰ ਇੱਕ ਕੀੜਾ ਹੁੰਦਾ ਹੈ ਜਿਹਨੂੰ ਅਸੀਂ ਦੋਸਤ ਕੀੜਾ ਕਹਿੰਦੇ ਆ, ਜਿਹਨੂੰ ਅਸੀਂ ਮਾਈਕਰੋਬਸ ਜਾਂ ਮਾਈਕਰੋਫਲੋਰਾ ਕਹਿੰਦੇ ਆ। ਇਹ ਜਾਨਵਰ ਦੀ ਬਾਡੀ ਦੇ ਕੰਮ ਕਿਸ ਤਰ੍ਹਾਂ ਕਰ ਰਿਹਾ ਹੁੰਦਾ ਹੈ? ਜਦੋਂ ਪੇਟ ਦੇ ਅੰਦਰ ਤੁਸੀਂ ਖੁਰਾਕ ਭੇਜਦੇ ਹੋ, ਜਾਨਵਰ ਉਸ ਖੁਰਾਕ ਨੂੰ 70% ਡਾਈਜੈਸਟ ਕਰਦਾ ਹੈ। ਅੱਲਾਹ ਤਾਲਾ ਨੇ ਜਾਨਵਰ ਦਾ ਮਿਹਦਾ ਜਿਹੜਾ ਨਾ ਉਹ ਡਿਜ਼ਾਈਨ ਹੀ ਕੀਤਾ ਹੈ ਸਿਰਫ ਪੱਠੇ ਵਾਸਤੇ। ਜਦੋਂ ਦਾ ਅਸੀਂ ਜਾਨਵਰਾਂ ਨੂੰ ਵੰਡੇ ਤੇ ਦਾਣੇ ਤੇ ਗੰਦਮ ਦੇ ਚੋਕਰ ਤੇ ਜਾਂ ਖਲ ਤੇ ਜਾਂ ਰੋਟੀਆਂ ਤੇ ਲਾਏ ਆ, ਉਦੋਂ ਦਾ ਅਸੀਂ ਜਾਨਵਰਾਂ ਉੱਤੇ ਡਬਲ ਬੋਝ ਪਾ ਦਿੱਤਾ ਹੈ। ਉਸ ਬੋਝ ਨੂੰ ਹਜ਼ਮ ਕਰਾਉਣ ਵਾਸਤੇ ਅਸੀਂ ਤੇਲ, ਮਸਾਲੇ, ਮਿਰਚਾਂ ਤੇ ਮੁਖਤਲਿਫ ਚੀਜ਼ਾਂ ਜਾਨਵਰਾਂ ਨੂੰ ਦਿੰਦੇ ਆ। ਉਹਦੇ ਨਾਲ ਕਈ ਦਫਾ ਜਾਨਵਰਾਂ ਦੇ ਵਿੱਚ ਮੋਰਟੈਲਿਟੀ ਹੋ ਜਾਂਦੀ ਹੈ, ਜਾਨਵਰ ਜ਼ਾਇਆ ਹੋ ਜਾਂਦੇ ਨੇ, ਗੋਤਾ ਲੱਗ ਜਾਂਦਾ ਹੈ, ਜਾਨਵਰਾਂ ਨੂੰ ਫੇਫੜਿਆਂ ਦੇ ਨੁਕਸ ਬਣ ਜਾਂਦੇ ਨੇ। ਇਹਨਾਂ ਚੀਜ਼ਾਂ ਨੂੰ ਖਤਮ ਕਰਕੇ ਟੈਕਨੋਲੋਜੀ ਨੇ, ਮਤਲਬ ਸਾਇੰਸ ਹੈ, ਸਾਇੰਸਦਾਨ ਹੈ, ਉਹਨਾਂ ਨੇ ਇੱਥੇ ਮਿਹਨਤ ਕੀਤੀ ਹੈ। ਉਸ ਤੋਂ ਬਾਅਦ ਇਹ ਪ੍ਰੋਡਕਟ ਤਿਆਰ ਕੀਤੀ ਹੈ ਜਿਹਨੂੰ ਅਸੀਂ XPM ਕਹਿੰਦੇ ਆ। ਇਹ ਜਾਨਵਰ ਦੇ ਪੇਟ ਦੇ ਅੰਦਰ ਜਾ ਕੇ ਮਾਈਕਰੋਫਲੋਰਾ ਦੀ ਤਾਦਾਦ बढ़ाਉਂਦਾ ਹੈ, ਮਾਈਕਰੋਫਲੋਰਾ ਨੂੰ ਤਾਕਤਵਰ ਕਰਦਾ ਹੈ, ਕਮਜ਼ੋਰ ਮਾਈਕਰੋਫਲੋਰਾ ਨੂੰ ਹੈਲਦੀ ਕਰਦਾ ਹੈ। ਉਸ ਤੋਂ ਬਾਅਦ ਜਾਨਵਰ ਜਿਹੜਾ ਨਾ ਉਹ ਖੁਰਾਕ ਜਿੰਨੀ ਵੀ ਖਾਂਦਾ ਹੈ ਉਹਨੂੰ ਫੌਰੀ ਦੁੱਧ 'ਚ ਬਦਲਦਾ ਹੈ। ਸਾਡੇ ਕੋਲ ਫਾਰਮਰ ਜਿਹੜਾ ਵੰਡਾ ਖਿਲਾ ਰਿਹਾ ਹੁੰਦਾ ਹੈ, ਅਮੂਮਨ ਦੇਖਣ 'ਚ ਆਇਆ ਹੈ ਕਿ ਜਾਨਵਰ ਜਿਹੜਾ ਨਾ ਗੋਬਰ 'ਚ ਉਸ ਵੰਡੇ ਨੂੰ ਬਾਹਰ ਕੱਢ ਦਿੰਦਾ ਹੈ। ਅਸੀਂ ਇਹ ਦੇਖਿਆ ਕਿ ਜਿਹੜੀ ਵੀ ਚੀਜ਼ ਅਸੀਂ ਜਾਨਵਰ ਨੂੰ ਖਿਲਾ ਰਹੇ ਹਾਂ, ਜਾਨਵਰ ਉਹਨੂੰ ਪ੍ਰੋਪਰ ਡਾਈਜੈਸਟ ਨਹੀਂ ਕਰ ਰਿਹਾ, ਔਰ ਜਿਸ ਮਕਸਦ ਵਾਸਤੇ ਦੇ ਰਹੇ ਆ ਉਹ ਮਕਸਦ ਜਾਨਵਰ ਦਾ ਪੂਰਾ ਹੀ ਨਹੀਂ ਹੋ ਰਿਹਾ। ਨਾ ਜਾਨਵਰ ਉੱਤੇ ਦੁੱਧ ਦੀ बढ़ोतरी ਲਿਆ ਰਿਹਾ, ਨਾ ਜਾਨਵਰ ਆਪਣੀ ਸਿਹਤ ਨੂੰ ਬਿਹਤਰ ਕਰ ਰਿਹਾ। ਉਹਦੇ ਪਿੱਛੇ ਰੀਜ਼ਨ ਕੀ ਹੈ ਕਿ ਜਾਨਵਰ 70% ਖੁਰਾਕ ਨੂੰ ਹਜ਼ਮ ਕਰ ਰਿਹਾ, 30% ਜ਼ਾਇਆ ਕਰ ਰਿਹਾ। ਇੱਕ ਜਾਨਵਰ ਨੂੰ 24 ਘੰਟੇ ਦੇ ਵਿੱਚ ਤੁਸੀਂ 100 ਕਿਲੋ ਖੁਰਾਕ ਖਿਲਾ ਰਹੇ ਹੋ, 70 ਕਿਲੋ ਜਾਨਵਰ ਹਜ਼ਮ ਕਰੇ, 30 ਕਿਲੋ ਜ਼ਾਇਆ ਕਰੇ। ਉਸ 30 ਕਿਲੋ ਨੇ ਜਿਹੜਾ ਫਾਇਦਾ ਦੇਣਾ ਸੀ ਉਹ ਵੀ ਤੁਹਾਨੂੰ ਕੋਈ ਨਹੀਂ ਹੋ ਰਿਹਾ। ਇਸ ਪਾਊਡਰ ਦਾ ਬੇਸਿਕਲੀ ਜਿਹੜਾ ਰੋਲ ਹੈ ਜਾਨਵਰ ਦੀ ਬਾਡੀ ਤੇ, ਉਹ ਜਿਹੜੀ 30% ਖੁਰਾਕ ਉਹਦਾ 50% ਹਾਜ਼ਮਾ बढ़ा ਦੇਣਾ। ਔਰ ਕੁਝ ਫਾਰਮਰ ਸਮਝਦੇ ਨੇ ਬੜਾ ਕੋਸਟਲੀ ਪੈਂਦਾ ਹੈ। ਇੱਕ ਜਾਨਵਰ ਦੇ ਉੱਤੇ ਦੀ ਡੋਜ਼ ਜਿਹੜੀ ਹੈ ਤਕਰੀਬਨ 18 ਤੋਂ 23 ਰੁਪਏ ਦੇ ਕਰੀਬ ਪੈਂਦੀ ਹੈ ਅਪਰੋਕਸੀਮੇਟਲੀ ਜਿਹੜੀ ਹੈ। ਅਗਰ ਤੁਸੀਂ ਜਾਨਵਰ 10 ਰੱਖੇ ਹੋ ਤੇ 230 ਰੁਪਏ ਦੀ ਖੁਰਾਕ ਤੁਸੀਂ ਜਾਨਵਰ ਨੂੰ ਖਿਲਾ ਦਿਓ ਤੇ ਕੋਈ ਇਤਨਾ ਜ਼ਿਆਦਾ ਖਰਚਾ ਨਹੀਂ ਹੈ ਜਾਨਵਰ ਦਾ। ਔਰ ਇਹ ਤੇ ਜਾਨਵਰ ਦੇ ਪੇਟ ਦੇ ਮਸਾਇਲ ਜਿਹੜੇ ਨਾ ਸਾਰੇ ਖਤਮ ਹੋ ਜਾਣਗੇ। ਅੱਜ ਤੋਂ 15 ਸਾਲ ਪਿੱਛੇ ਚਲੇ ਜਾਈਏ, ਇੱਕ ਸ਼ਹਿਰ ਵਿਜ਼ਿਟ ਕਰਦੇ ਸੀ, ਉੱਥੇ ਇੱਕ ਡਾਕਟਰ ਬੈਠਾ ਹੁੰਦਾ ਸੀ ਜਿਹੜਾ ਮਿਹਦੇ ਦਾ ਇਲਾਜ ਕਰ ਰਿਹਾ ਹੁੰਦਾ ਸੀ। ਅੱਜ ਹਰ ਗਲੀ, ਹਰ ਮਹੱਲੇ ਦੇ ਵਿੱਚ ਹਰ ਦੂਸਰਾ ਹਕੀਮ ਤੇ ਹਰ ਦੂਸਰਾ ਡਾਕਟਰ ਜਿਹੜਾ ਨਾ ਉਹ ਜਾਨਵਰ ਦੇ ਮਿਹਦੇ ਦਾ ਇਲਾਜ ਕਰ ਰਿਹਾ ਜਾਂ ਬੰਦੇ ਦੇ ਮਿਹਦੇ ਦਾ ਇਲਾਜ ਕਰ ਰਿਹਾ। ਉਹਨੇ ਮਿਹਦੇ ਦਾ ਹੀ ਸਾਰਾ ਕੁਝ ਕਿਹਾ। ਉਹਦੇ ਪਿੱਛੇ ਰੀਜ਼ਨ ਕੀ ਹੈ ਕਿ ਸਾਡੀ ਨਾਕਸ ਖੁਰਾਕ, ਅਨਹੈਲਦੀ ਖੁਰਾਕ ਨਾ ਸਾਨੂੰ ਫਾਇਦਾ ਦੇ ਰਹੀ ਹੈ ਔਰ ਸਾਡੇ ਅੰਦਰ ਮੁਖਤਲਿਫ ਮਸਾਇਲ ਵੀ ਪੈਦਾ ਕਰਦੀ ਪਈ ਹੈ। ਅਗਰ ਮਸਾਇਲ ਜ਼ਿਆਦਾ ਹੋਣਗੇ ਤੇ ਆਟੋਮੈਟਿਕਲੀ ਸਾਡਾ ਜਾਨਵਰ ਜਿਹੜਾ ਨਾ ਉਹ ਵੀ ਡਿਸਟਰਬ ਹੋਏਗਾ ਔਰ ਇਨਸਾਨ ਵੀ ਡਿਸਟਰਬ ਹੋਣਗੇ। ਇਹ ਕੋਈ ਮਤਲਬ ਐਸਾ ਨਹੀਂ ਹੈ ਫਾਰਮੂਲਾ ਕਿ ਜਾਨਵਰ ਨੂੰ ਤੁਹਾਨੂੰ ਮੂੰਹ ਫੜ ਕੇ ਖਿਲਾਣਾ ਪੈਂਦਾ ਹੈ। ਇਹਦਾ ਤਰੀਕਾਕਾਰ ਵੀ ਤੁਹਾਡੇ ਨਾਲ ਸ਼ੇਅਰ ਕਰਦੇ। ਚਮਚ ਲੈ ਆਓ ਦੋਸਤੋ। ਪਲੇਟ ਆ ਗਈ ਹੈ, ਅਸੀਂ ਆਲਰੇਡੀ ਖੋਲਿਆ ਹੋਇਆ ਹੈ। ਇਹ ਪਾਊਡਰ ਫਾਰਮ ਦੇ ਵਿੱਚ ਹੈ। ਅਸੀਂ ਇਹ ਪਾਊਡਰ ਲੈ ਲਿਆ, ਇਹਦਾ ਜਾਨਵਰ ਨੂੰ ਇੱਕ ਟਾਈਮ ਖਿਲਾਣਾ ਹੈ। ਇਹਦੀ ਡੋਜ਼ ਜਿਹੜੀ ਹੈ ਜਾਨਵਰ ਨੂੰ 25 ਤੋਂ 30 ਗ੍ਰਾਮ ਤੁਸੀਂ ਦੇਣੀ ਹੈ। ਇਹ ਆ ਗਿਆ ਸਾਡੇ ਕੋਲ, ਠੀਕ ਹੈ। ਛੋਟੀ ਚਮਚ ਕਿੱਥੇ ਰੱਖੀ? ਆ ਜਾਓ, ਮੈਂ ਦਿਖਾਣਾ ਤੁਹਾਨੂੰ। ਆ ਜਾਓ ਆ ਜਾਓ ਆ ਜਾਓ। ਇਹ ਸਾਡਾ ਚਾਵਲਾਂ ਵਾਲਾ ਚਮਚ ਹੈ, ਇਹ ਛੋਟੇ ਸਾਈਜ਼ ਦਾ ਹੈ। ਇਹਦੇ ਸਾਈਜ਼ ਦੇ ਬੜੇ 3 ਚਮਚ ਜਿਹੜੇ ਨਾ ਉਹ ਤੁਸੀਂ ਇਸਤੇਮਾਲ ਕਰਨੇ ਨੇ। ਇਹਨੂੰ ਜਾਨਵਰ ਖਾਂਦਾ ਬਹੁਤ ਖੁਸ਼ ਹੋ ਕੇ ਹੈ। ਜਦੋਂ ਤੁਸੀਂ ਪਾ ਦਿਓਗੇ ਜਾਨਵਰ ਇੱਕ ਦੂਸਰੇ ਨਾਲ ਲੜ ਕੇ ਖਾਏਗਾ। ਇਹ ਚੀਜ਼ ਹੀ ਐਸੀ ਹੈ। ਇਹ ਡੇਲੀ 3 ਚਮਚ ਖਿਲਾਣੇ ਆ ਜਾਨਵਰ ਨੂੰ। ਇਹ ਜਾਨਵਰ ਦੇ ਹਾਜ਼ਮੇ ਨੂੰ ਇੰਨਾ ਫਿੱਟ ਰੱਖੇਗਾ ਕਿ ਜਾਨਵਰ ਦੇ ਉੱਤੇ ਪੇਟ ਦੇ ਰਿਲੇਟਡ ਜਿਹੜੇ ਮਸਲੇ ਨੇ ਨਾ ਉਹ ਟੋਟਲ ਖਤਮ ਹੋ ਜਾਣਗੇ। ਇਹ ਜਾਨਵਰ ਵਾਸਤੇ ਅੱਛੀ ਚੀਜ਼ ਹੈ, ਆਪਣੇ ਫਾਰਮ ਤੇ ਲਾਜ਼ਮੀ ਯੂਜ਼ ਕਰੋ। ਇਹਦੇ ਨਾਲ ਚੁੱਕਿ ਹਰ ਫਾਰਮਰ ਦੀ ਇੱਕੋ ਹੀ ਖੁਆਇਸ਼ ਹੁੰਦੀ ਹੈ ਕਿ ਮੇਰੇ ਕੋਲ ਜਿਹੜੀ ਵੀ ਚੀਜ਼ ਮੈਂ ਜਾਨਵਰ ਨੂੰ ਇਸਤੇਮਾਲ ਕਰਾਂ ਉਹਦੇ 'ਚ ਮੈਨੂੰ ਦੁੱਧ ਨਜ਼ਰ ਆਉਣਾ ਚਾਹੀਦਾ, ਦੁੱਧ ਵਧਣਾ। ਅਗਰ ਤੁਹਾਡਾ ਜਾਨਵਰ 30% ਖੁਰਾਕ ਨੂੰ ਜ਼ਿਆਦਾ ਹਜ਼ਮ ਕਰੇਗਾ ਨਾ ਤੇ ਇਹ ਸਮਝ ਲਓ ਕਿ ਤੁਹਾਡਾ ਜਾਨਵਰ ਜਿਹੜਾ ਨਾ ਉਹ ਆਟੋਮੈਟਿਕਲੀ ਦੁੱਧ बढ़ाएगा। ਤੁਸੀਂ ਅਗਰ ਥੋੜੀ ਵੱਧ ਵੀ ਡੋਜ਼ ਦੇ ਦਿੰਦੇ ਹੋ ਨਾ ਇਹਦੇ 'ਚ ਇਹ ਮਸਲਾ ਕੋਈ ਨਹੀਂ ਹੈ ਕਿ ਜਾਨਵਰ ਜਿਹੜਾ ਨਾ ਇਹਨੂੰ ਖਾਏਗਾ ਨਹੀਂ। ਗਾਵਾਂ ਵੀ ਦਿਖਾਣੇ ਆ ਜਾਓ। ਇਹ ਜਨਾਬ ਹੁਣ ਹੀ ਖੋਲੇ ਆ,
ਤੇ ਹੁਣ ਹੀ ਇਹਨੂੰ ਪਾਣਾ ਸ਼ੁਰੂ ਕੀਤਾ ਹੈ। ਅਸੀਂ ਫਿਲਹਾਲ ਇੱਕ ਚਮਚ ਜੇ ਦੇ ਰਹੇ ਹਾਂ ਸਿਰਫ ਟਰਾਇਲ ਵਾਸਤੇ। ਜਿਹੜੇ ਜਾਨਵਰ ਦੇ ਅੱਗੇ ਜਾਂਦਾ ਹੈ, ਜਾਨਵਰ ਖਾਣਾ ਅਗਰ ਨਹੀਂ ਖਾ ਰਿਹਾ, ਇਹਦੇ ਜਿਹੜੇ ਮਜ਼ੀਦ ਫਾਇਦੇ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ। ਪਹਿਲਾ ਇਹਦਾ ਇਹ ਫਾਇਦਾ ਹੈ ਕਿ ਜਾਨਵਰ ਨੂੰ ਇਸ ਖਾਣ ਤੋਂ ਬਾਅਦ ਬੰਨ ਨਹੀਂ ਬਣੇਗਾ। ਜਿਹੜੀ ਅਸੀਂ ਨਾਕਸ ਖੁਰਾਕ ਦਿੰਦੇ ਹਾਂ, ਨਾਕਸ ਖੁਰਾਕ ਤੋਂ ਬਾਅਦ ਅਕਸਰ ਜਾਨਵਰਾਂ 'ਚ ਬੰਨ ਬਣ ਜਾਂਦਾ ਹੈ। ਇਹਦੇ ਨਾਲ ਬੰਨ ਨਹੀਂ ਬਣੇਗਾ ਜਾਨਵਰ ਨੂੰ। ਜਾਨਵਰ ਦੇ ਮਿਹਦੇ ਦੇ ਮਸਾਇਲ, ਅੰਤੜੀਆਂ ਦੇ ਮਸਾਇਲ, ਇੰਟਰਾਈਟਸ ਵਗੈਰਾ, ਕੋਲਿਕ ਦੇ ਇਸ਼ੂ ਖਤਮ ਹੋ ਜਾਣਗੇ। ਇਤਨੀ ਬਿਹਤਰੀਨ ਚੀਜ਼ ਹੈ, ਦੇਖ ਸਕਦੇ ਹੋ ਤੁਹਾਡੇ ਸਾਹਮਣੇ ਜਾਨਵਰ ਨੇ ਖੁਸ਼ ਹੋ ਕੇ ਖਾਧਾ। ਆਪਣੇ ਫਾਰਮ ਤੇ ਹਰ ਜਾਨਵਰ ਨੂੰ ਖਿਲਾਓ। ਇਹ ਤੁਸੀਂ ਹਰ ਜਾਨਵਰ ਨੂੰ ਦੇ ਸਕਦੇ ਹੋ, ਇਹਦੇ 'ਚ ਇਹ ਨਹੀਂ ਹੈ ਕਿ ਕਿਸੇ ਬੱਚੇ ਨੂੰ ਨਹੀਂ ਦੇਣਾ ਤੇ ਬੜੇ ਜਾਨਵਰ ਨੂੰ ਦੇਣਾ ਹੈ। ਇਹ ਘੋੜੇ ਤੇ ਵੀ ਰਿਕਮੈਂਡ ਹੈ। ਇਹ ਜਨਾਬ ਤੁਸੀਂ ਆਪਣੇ ਘਰ ਅਗਰ ਪੈਟਸ ਰੱਖੇ ਉਹਨਾਂ ਨੂੰ ਵੀ ਦੇ ਸਕਦੇ ਹੋ, ਜਿੰਨੇ ਵੀ ਤੁਹਾਡੇ ਕੋਲ ਨੇ। ਗਾਂ ਨੂੰ ਵੀ ਦੇ ਸਕਦੇ ਹੋ, ਮੱਝ ਨੂੰ ਵੀ ਦੇ ਸਕਦੇ ਹੋ, ਊਠ ਨੂੰ ਵੀ ਦੇ ਸਕਦੇ ਹੋ। ਜਿਹੜਾ ਵੀ ਜਾਨਵਰ ਤੁਸੀਂ ਘਰ 'ਚ ਰੱਖਿਆ ਸਾਰਿਆਂ ਨੂੰ ਇਸਤੇਮਾਲ ਕਰੋ, ਇਹਦਾ ਢੇਰ ਸਾਰਾ ਫਾਇਦਾ ਹੋਏਗਾ ਤੁਹਾਨੂੰ। ਇਹੀ ਜਾਨਵਰ ਜਿਹੜੇ ਨੇ, ਹੁਣ ਤੁਸੀਂ ਦੇਖ ਸਕਦੇ ਹੋ ਜਾਨਵਰ ਕਮਜ਼ੋਰ ਨੇ, ਖੁਰਾਕ ਖਾ ਰਹੇ ਨੇ, ਖੁਰਾਕ ਖੁਰਲੀ ਦੇ ਵਿੱਚ ਵੀ ਪਈ ਹੋਈ ਹੈ, ਲੇਕਿਨ ਉਹ ਖੁਰਾਕ ਪ੍ਰੋਪਰ ਜਿਸਮ ਨੂੰ ਲੱਗ ਨਹੀਂ ਰਹੀ। ਇਹਦੀ ਮਦਦ ਦੇ ਨਾਲ ਉਹ ਖੁਰਾਕ ਜਿਸਮ 'ਚ ਲੱਗਣਾ ਸ਼ੁਰੂ ਹੋ ਜਾਏਗੀ ਔਰ ਜਾਨਵਰ ਜਿਹੜੇ ਨੇ ਨਾ ਇਹ ਸਿਹਤਮੰਦ ਹੋ ਜਾਣਗੇ।